ਅੱਜ ਅਸੀਂ ਹੈਗੇ ਆ ਆਪਣਾ ਸ਼੍ਰੀ ਗੁਰੂ ਰਾਮਦਾਸ ਜਿਹੜਾ ਮੈਡੀਕਲ ਹਸਪੀਟਲ। ਸਾਡੇ ਇੱਕ ਪੇਸ਼ੈਂਟ ਹੈ ਕੈਂਸਰ ਦੇ, ਉੱਪਰ ਲਿਖਿਆ ਹੈ ਪੰਜਾਬ ਗਵਰਨਮੈਂਟ ਸਪਲਾਈ ਨਾਟ ਫॉर ਸੇਲ। ਸੋ ਇਸ ਹਸਪੀਟਲ ਦੇ ਵਿੱਚ ਵਿਦ ਬਿੱਲ ਇਹ ਦਵਾਈ ਅਸੀਂ ਲਈ ਹੋਈ ਆ, ਜਿਹਦੀ ਅਸੀਂ ਬਾਹਰ ਆ ਕੇ ਜਦੋਂ ਚੈੱਕ ਕੀਤਾ ਵੀ ਇਹਦਾ ਸਪਲਾਈ ਜਿਹੜੀ ਪੰਜਾਬ ਸਰਕਾਰ ਦੀ ਫ੍ਰੀ ਆਫ ਕਾਸਟ ਆ, ਜਿਹੜੀ ਲਾਗਤ ਸਾਨੂੰ 5500 5,500 ਦੇ ਕਰੀਬ ਪਈ ਆ। ਸੋ ਬੜਾ ਹੀ ਔਖਾ ਹੋਇਆ ਪਿਆ, ਪੂਰੇ ਆਹ ਕੰਮ ਕਰਨਾ ਨਹੀਂ ਸੀ ਪਰ ਮਜਬੂਰਨ ਸਾਨੂੰ ਕਰਨਾ ਪੈ ਗਿਆ। ਬਾਕੀ ਅਸੀਂ ਕੰਪਲੇਂਟ ਕੀਤੀ ਹੋਈ ਆ ਪੰਜਾਬ ਸਰਕਾਰ ਨੂੰ, ਕਿਉਂਕਿ ਸਾਡੇ ਹੈਲਥ ਮਿਨਿਸਟਰ ਆ ਜਿਹੜੇ ਬੜੇ ਵਧੀਆ ਵਾ, ਔਰ ਜਿਹੜੀ ਆਮ ਆਦਮੀ ਪਾਰਟੀ ਬਹੁਤ ਕੁਇਕ ਐਕਸ਼ਨ ਆਪਾਂ ਕਹਿ ਸਕਦੇ ਆ। ਸੋ ਹੁਣ ਦੇਖਣਾ ਹੋਏਗਾ ਕਿ ਆਹ ਜਿਹੜੀ ਅਸੀਂ ਕੰਪਲੇਂਟ ਕੀਤੀ ਆ ਇਹ ਤੇ ਕਿੰਨੀ ਜਲਦੀ ਔਰ ਕਿਵੇਂ ਦਾ ਐਕਸ਼ਨ ਲਿਆ ਜਾਂਦਾ। ਨਾਟ ਫॉर ਸੇਲ ਦਾ ਮਤਲਬ ਇਹ ਨਹੀਂ ਹੈ ਕਿ ਵੀ ਇਹਨੂੰ ਵੇਚਿਆ ਨਹੀਂ ਜਾ ਸਕਦਾ। ਮਤਲਬ ਹੈ ਕਿ ਵੀ ਇਹ ਆਮ ਮਾਰਕੀਟ ਦੇ ਵਿੱਚ ਨਹੀਂ ਮਿਲੇਗੀ ਮੈਡੀਸਨ। ਇਹ ਸਿਰਫ ਜਿਹੜੇ ਕੈਂਸਰ ਵਾਲੇ ਹਸਪੀਟਲ ਨੇ ਜਿਨ੍ਹਾਂ ਨੂੰ ਗਵਰਨਮੈਂਟ ਨੇ ਪੈਨਲ ਕੀਤਾ ਹੋਇਆ, ਸਿਰਫ ਉਹਨਾਂ ਦੀ ਫਾਰਮੇਸੀ ਦੇ ਵਿੱਚ ਦਵਾਈ ਅਵੇਲੇਬਲ ਹੋਈ, ਤਾਂ ਕਰਕੇ ਉਹਦੇ ਤੇ ਨਾਟ ਫॉर ਸੇਲ ਲਿਖਿਆ ਹੋਇਆ। ਬਟ ਉਹਦੇ ਵਿੱਚ ਜਿਹੜੀ ਅਸੀਂ ਬਿਲਿੰਗ ਵੀ ਕਰ ਰਹੇ ਹਾਂ, ਜੋ ਅਸੀਂ ਪ੍ਰਾਈਸ ਵੀ ਲਗਾ ਰਹੇ ਹਾਂ, ਉਹ ਅਸੀਂ ਠੀਕ ਉਹੀ ਲਗਾ ਰਹੇ ਹਾਂ ਜੋ ਗਵਰਨਮੈਂਟ ਨੇ ਸਾਨੂੰ ਇਨਸਟਰਕਸ਼ਨ ਦਿੱਤੀਆਂ ਹੋਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਸ਼ਲ ਮੀਡੀਆ ਇੱਕ ਅਜਿਹਾ ਜ਼ਰੀਆ ਹੈ ਜਿਸ ਦੇ ਰਾਹੀਂ ਅਸੀਂ ਵੇਖਣ ਵਾਲਿਆਂ ਦਾ ਮਾਈਂਡ ਸੈਟਅਪ ਕਰਦੇ ਹਾਂ। ਬਿਲਕੁਲ ਜਦੋਂ ਵੀ ਕੋਈ ਵੀਡੀਓ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਇੱਕਦਮ ਕਲਿੱਕ ਹੁੰਦਾ ਹੈ ਕਿ ਜੋ ਅਸੀਂ ਦੇਖ ਰਹੇ ਹਾਂ ਉਹ ਸੱਚ ਹੈ। ਇਹ ਹੁਣ ਵੇਖਣ ਵਾਲੇ ਤੇ ਅਤੇ ਬਣਾਉਣ ਵਾਲੇ ਤੇ ਡਿਪੈਂਡ ਕਰਦਾ ਹੈ ਕਿ ਬਣਾਉਣ ਵਾਲੇ ਨੇ ਉਸ ਵੀਡੀਓ ਨੂੰ ਕਿਸ ਰੈਫਰੈਂਸ ਵਿੱਚ ਰਿਪਰੈਜ਼ੈਂਟ ਕਰਨਾ ਚਾਹਿਆ ਹੈ। ਬਹੁਤੀ ਵਾਰੀ ਸੋਸ਼ਲ ਮੀਡੀਆ ਤੇ ਨੈਗੇਟਿਵ ਆਬਜੈਕਟ ਵਾਲੀਆਂ ਵੀਡੀਓਜ਼ ਜਿਹੜੀਆਂ ਨੇ ਉਹ ਜ਼ਿਆਦਾ ਵਾਇਰਲ ਹੋ ਜਾਂਦੀਆਂ ਨੇ, ਕਿਉਂਕਿ ਦੂਜਿਆਂ ਦੀ ਆਲੋਚਨਾ ਸੁਣਨ ਦੀ ਸਾਨੂੰ ਜ਼ਿਆਦਾ ਆਦਤ ਬਣ ਚੁੱਕੀ ਹੈ। ਪਰ ਜਦੋਂ ਵੀ ਤੁਸੀਂ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਦੇਖਦੇ ਹੋ ਤਾਂ ਉਸ ਦੇ ਪਿੱਛੇ ਦਾ ਸੱਚ ਜਾਣਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਅਜਿਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪੀਟਲ ਵੱਲਾ ਦੇ ਬਾਰੇ ਇੱਕ ਇਨਸਾਨ ਨੇ ਹੱਥ ਵਿੱਚ ਕੈਂਸਰ ਦੀ ਦਵਾਈ ਦਾ ਡੱਬਾ ਫੜਿਆ ਹੋਇਆ ਹੈ ਤੇ ਉਹ ਬੋਲ ਰਿਹਾ ਹੈ ਬਕਾਇਦਾ ਕਿ ਦੇਖੋ ਮੈਂ ਇਸ ਵਕਤ ਇੱਥੇ ਖੜਾ ਹੋਇਆ ਹਾਂ ਤੇ ਇਹ ਦਵਾਈ ਉੱਪਰ ਲਿਖਿਆ ਹੋਇਆ ਹੈ ਨਾਟ ਫॉर ਸੇਲ, ਪੰਜਾਬ ਸਰਕਾਰ ਵੱਲੋਂ ਪ੍ਰੋਵਾਈਡ ਕੀਤੀ ਹੋਈ ਹੈ। ਪਰ ਇਸ ਹਸਪਤਾਲ ਦੇ ਵਿੱਚ ਇਹ ਦਵਾਈ ਜਿਹੜੀ ਹੈ ਉਹ 5000 ਰੁਪਏ ਦੀ ਦਿੱਤੀ ਜਾ ਰਹੀ ਹੈ। ਸੱਚਮੁੱਚ ਇਹ ਵੀਡੀਓ ਦੇਖ ਕੇ ਇੱਕ ਵਾਰ ਤਾਂ ਲੱਗਦਾ ਹੈ ਕਿ ਇਦਾਂ ਹੋ ਰਿਹਾ ਹੈ। ਇਸ ਵੀਡੀਓ ਦੀ ਪੂਰੀ ਸੱਚਾਈ ਜਾਣਨ ਦੇ ਲਈ ਅੱਜ ਅਸੀਂ ਹਸਪਤਾਲ ਵਿੱਚ ਪਹੁੰਚੇ ਹੋਏ ਹਾਂ ਤੇ ਸਾਡੇ ਨਾਲ ਇਸ ਵਕਤ ਮੌਜੂਦ ਨੇ ਡਾਕਟਰ ਮਨਜੀਤ ਸਿੰਘ ਉੱਪਲ, ਡਾਇਰੈਕਟਰ ਪ੍ਰਿੰਸੀਪਲ, ਡਾਕਟਰ ਅਨੁਪਮਾ ਮਹਾਜਨ, ਵਾਈਸ ਪ੍ਰਿੰਸੀਪਲ ਐਂਡ ਇੰਚਾਰਜ ਫਾਰਮੇਸੀ, ਡਾਕਟਰ ਜਸਵਿੰਦਰ ਸਿੰਘ, ਮੈਂਬਰ ਫਾਰਮੇਸੀ ਕਮੇਟੀ। ਸਭ ਤੋਂ ਪਹਿਲਾਂ ਸਰ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਰ, ਜੇ ਮੈਂ ਤੁਹਾਡੇ ਤੋਂ ਸ਼ੁਰੂਆਤ ਕਰਾਂ ਸਰਦਾਰ ਮਨਜੀਤ ਸਿੰਘ ਜੀ, ਤਾਂ ਤੁਸੀਂ ਕਿਵੇਂ ਇਸ ਵੀਡੀਓ ਨੂੰ ਜਦੋਂ ਤੁਸੀਂ ਦੇਖਿਆ ਤੁਹਾਡੇ ਦਿਮਾਗ ਵਿੱਚ ਇੱਕਦਮ ਕੀ ਆਇਆ? ਕਿਉਂਕਿ ਜਦੋਂ ਕਿਸੇ ਵੀ ਖੇਤਰ ਦੇ ਵਿੱਚ ਕੰਮ ਕਰਨ ਵਾਲਿਆਂ ਨੂੰ ਪਤਾ ਹੁੰਦਾ ਕਿ ਅਸਲ ਵਿੱਚ ਫੈਕਟ ਕੀ ਹੈ। ਦੇਖੋ ਜੀ, ਮੈਂ ਸੰਸਥਾ ਨਾਲ ਮੈਨੂੰ 28 ਸਾਲ ਹੋ ਗਏ ਇੱਧਰ ਸਰਵਿਸ ਕਰਦੇ ਹੋਏ ਜੀ, ਔਰ ਜਦੋਂ ਵੀ ਕਦੀ ਪਹਿਲੀ ਵਾਰੀ ਨਹੀਂ ਹੋਇਆ, ਪਹਿਲੀ ਗੱਲ ਕਿ ਸਾਡੇ ਅਗੇਂਸਟ ਇਸ ਤਰ੍ਹਾਂ ਦਾ ਹੋ ਰਿਹਾ, ਕੁਝ ਪੋਲੀਟੀਕਲ ਕਨੈਕਸ਼ਨਸ ਕਰਕੇ ਸਾਡੀ ਇਸ ਤਰ੍ਹਾਂ ਦੀ ਮਤਲਬ ਵੀਡੀਓਜ਼ ਬਹੁਤ ਜਲਦੀ ਵਾਇਰਲ ਹੁੰਦੀਆਂ ਨੇ। ਬਿਲਕੁਲ। ਬਟ ਜਿਹੜਾ ਇੱਥੇ ਸਟਾਫ ਔਰ ਡਾਕਟਰਸ ਖਾਸ ਕਰਕੇ ਜਿਹੜੇ ਇੱਥੇ ਕੰਮ ਕਰਦੇ ਨੇ, ਉਹਨਾਂ ਵਾਸਤੇ ਇੱਕ ਬਹੁਤ ਵੱਡਾ ਸਦਮਾ ਲੱਗਦਾ, ਇੱਕ ਬਹੁਤ ਵੱਡਾ ਝਟਕਾ ਲੱਗਦਾ, ਦਿਲ ਨੂੰ ਜਾ ਕੇ ਲੱਗਦੀ ਹੈ ਗੱਲ ਕਿ ਵੀ ਅਸੀਂ ਇੱਥੇ ਬਿਲਕੁਲ ਨਿਸਵਾਰਥ ਹੋ ਕੇ ਆਪਾਂ ਸਾਰੇ ਇੱਥੇ ਕੰਮ ਕਰ ਰਹੇ ਹਾਂ ਤੇ ਪੂਰੀ ਜੀਓ ਜਾਨ ਲਗਾ ਕੇ ਮਿਹਨਤ ਦੇ ਨਾਲ ਸਾਰੇ ਪੇਸ਼ੈਂਟਸ ਦਾ ਟ੍ਰੀਟਮੈਂਟ ਕਰ ਰਹੇ ਹਾਂ। ਤੇ ਇੱਕ ਬੜੀ ਸਿੰਪਲ ਜੀ ਗੱਲ ਜਿਹੜੀ ਕਿ ਸਾਰੇ ਕੋਈ ਲੋਕੀ ਇਲਜ਼ਾਮ ਲਗਾਉਣ ਤੋਂ ਪਹਿਲਾਂ ਸਮਝੇ ਕਿ ਵੀ ਇੱਥੇ ਜਿਹੜੀ ਸਾਡੀ ਟਰਸਟ ਦੀਆਂ ਜਿਹੜੀਆਂ ਵੀ ਸੰਸਥਾਵਾਂ ਹੈਗੀਆਂ, ਇੱਥੇ ਜਿੰਨੇ ਵੀ EMPLOYE ਕੰਮ ਕਰ ਰਹੇ ਆ, ਵੱਡੇ ਤੋਂ ਲੈ ਕੇ ਛੋਟੇ ਤੱਕ, ਡਾਕਟਰ, ਸੀਨੀਅਰ ਡਾਕਟਰਸ ਤੋਂ ਲੈ ਕੇ ਕਲਾਸ 4 ਤੱਕ, ਦਰਜਾ 4 ਤੱਕ, ਸਾਰੇ ਪੇਡ ਹੈਗੇ ਨੇ। ਸਾਰਿਆਂ ਦੀ ਆਪਣੀ ਫਿਕਸਡ ਮੰਥਲੀ ਸੈਲਰੀ ਹੈਗੀ ਹੈ ਔਰ ਕਿਸੇ ਨੂੰ ਵੀ ਇਹਦੇ ਵਿੱਚ ਪਰਸਨਲ ਕੋਈ ਫਾਈਨੈਂਸ਼ੀਅਲ ਇੰਟਰਸਟ ਕਿਸੇ ਵੀ ਗੜਬੜ ਕਰਨ ਦੇ ਨਾਲ ਕਿਸੇ ਨੂੰ ਇਹ ਨਹੀਂ ਹੋ ਸਕਦਾ ਕਿ ਵੀ ਜੇ ਕੋਈ EMPLOYE, ਕੋਈ ਇੱਥੋਂ ਦਾ ਮੁਲਾਜ਼ਮ ਜੇ ਕੋਈ ਇਹੋ ਜਿਹੀ ਗੜਬੜ ਕਰਦਾ ਤੇ ਕੋਈ ਪੈਸੇ ਉਹਦੀ ਆਪਣੀ ਜੇਬ 'ਚ ਆ ਜਾਣਗੇ। ਜੇਬ 'ਚ ਕੁਝ ਨਹੀਂ ਆਉਂਦਾ। ਹਸਪੀਟਲ ਦਾ ਸਿਸਟਮ ਬੇਸ਼ੱਕ ਇੱਥੇ ਕਿਤੇ ਵੀ 1 ਰੁਪਏ ਦੀ ਵੀ ਅਸੀਂ ਪੇਮੈਂਟ ਪੇਸ਼ੈਂਟ ਕਰਦਾ ਹੈ, ਨਾਲ ਦੀ ਨਾਲ ਉਹਨੂੰ ਉਸ 1 ਰੁਪਏ ਦੀ ਰਸੀਦ ਉਸੇ ਵੇਲੇ ਉਹਦੇ ਹੱਥ 'ਚ ਫੜਾ ਦਿੱਤੀ ਜਾਂਦੀ। ਕਿਸੇ ਵੀ ਜਗ੍ਹਾ ਦੇ ਉੱਤੇ A to Z ਹਸਪੀਟਲ ਤੋਂ ਐਡਮਿਸ਼ਨ ਤੋਂ ਲੈ ਕੇ ਡਿਸਚਾਰਜ ਤੱਕ ਔਰ ਕੋਈ ਦਵਾਈ ਲੈਣ ਤੋਂ ਲੈ ਕੇ ਕੋਈ ਟੈਸਟ ਕਰਾਉਣ ਤੱਕ, ਕਿਸੇ ਵੀ ਫੈਸਿਲਿਟੀ ਦੇ ਵਿੱਚ ਜਿੱਥੇ ਵੀ ਪੇਸ਼ੈਂਟ ਪੈਸੇ ਦਿੰਦਾ, ਨਾਲ ਹੀ ਉਸੇ ਵੇਲੇ ਉਹਨੂੰ ਰਸੀਦ ਜਿਹੜੀ ਉਹਦੇ ਹੱਥ ਦੇ ਵਿੱਚ ਦੇ ਦਿੱਤੀ ਜਾਂਦੀ। ਸੋ ਇਹ ਇੱਕ ਬੜਾ ਵੱਡਾ ਜਿਹਨੂੰ ਕਹਿੰਦੇ ਕਿ ਵੀ ਮਿਸਕਨਸੈਪਟ ਹੈਗਾ ਕਿ ਜਿਹਦੇ ਵਿੱਚ ਕੋਈ ਬੰਦਾ ਇਹ ਸੋਚੇ ਕਿ ਜੀ ਹਸਪੀਟਲ ਇੰਜ ਕਰ ਰਿਹਾ, ਕਿਉਂਕਿ ਕੋਈ ਵੀ ਜਿਹੜਾ ਬੰਦਾ ਕੋਈ ਇਸ ਤਰ੍ਹਾਂ ਦਾ ਕੰਮ ਕਰਨ ਦੀ ਕੋਸ਼ਿਸ਼ ਕਰਦਾ ਉਹਦੇ ਪਿੱਛੇ ਉਹਦਾ ਕੋਈ ਮੋਟਿਵ ਹੁੰਦਾ, ਕੋਈ ਮਨਸ਼ਾ ਹੁੰਦੀ ਹੈ ਕਿ ਵੀ ਮੈਂ ਇਹ ਚੀਜ਼ ਕਰਨੀ ਹੈ ਤੇ ਕਿਸ ਤਰ੍ਹਾਂ ਕਰਨੀ ਹੈ, ਜਦਕਿ ਇੱਥੇ ਮੋਟਿਵ ਕੋਈ ਨਹੀਂ ਬੰਦਾ ਇਸ ਤਰ੍ਹਾਂ ਦਾ। ਤੇ ਬਾਕੀ ਫਿਰ ਵੀ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਇਹੋ ਜਿਹੇ ਦਿਨ ਮਤਲਬ ਸਾਡੇ ਸੰਸਥਾ ਦੇ ਅਗੇਂਸਟ ਬਿਨਾਂ ਕਿਸੇ ਤੱਥ ਨੂੰ ਵੈਰੀਫਾਈ ਕੀਤਿਆਂ ਹੋਇਆਂ ਔਰ ਲੋਕਾਂ ਨੂੰ ਮਤਲਬ ਸਾਡੇ ਅਗੇਂਸਟ ਗਲਤ ਇੰਪ੍ਰੈਸ਼ਨ ਦੇਣਾ, ਮੈਂ ਕਹਾਂਗਾ ਇਹ ਬਹੁਤ ਇੱਕ ਘੋਰ ਪਾਪ ਹੈ ਕਿ ਵੀ ਜਿਹੜੇ ਸਾਫ਼ ਦਿਲ ਦੇ ਨਾਲ ਤਹਿ ਦਿਲੋਂ ਸੇਵਾ ਕਰ ਰਹੇ ਨੇ ਪੇਸ਼ੈਂਟਸ ਦੀ, ਡਾਕਟਰਸ ਦੇ, ਉਹਨਾਂ ਸਟਾਫ ਵਾਸਤੇ ਇੱਕ ਬਹੁਤ ਹੀ ਉਹਨਾਂ ਦਾ ਮੋਰਲ ਗਿਰ ਜਾਂਦਾ ਹੈ ਔਰ ਉਹਨਾਂ ਦਾ ਮਤਲਬ ਮਨੋਬਲ ਜਿਹੜਾ ਉਹ ਟੁੱਟ ਜਾਂਦਾ ਹੈ। ਬਿਲਕੁਲ ਜੀ, ਜਿਹਦੇ ਕਰਕੇ ਬਹੁਤ ਦੁੱਖ ਹੁੰਦਾ।
ਜੇ ਹੁਣ ਅਸੀਂ ਉਸ ਵੀਡੀਓ ਦੀ ਗੱਲ ਕਰ ਲਈਏ ਤੇ ਉਸ ਵੀਡੀਓ ਦੇ ਵਿੱਚ ਜੋ ਕਿਹਾ ਗਿਆ ਹੈ ਕਿ ਗਵਰਨਮੈਂਟ ਵੱਲੋਂ ਇਹ ਜਿਹੜੀ ਮੈਡੀਸਨ ਸਪਲਾਈ ਕੀਤੀ ਜਾਂਦੀ ਹੈ ਨਾਟ ਫॉर ਸੇਲ ਲਿਖਿਆ ਹੋਇਆ ਹੈ, ਤਾਂ ਉਹਦੇ ਪਿੱਛੇ ਕੀ ਸੱਚਾਈ ਹੈ ਕਿ ਐਗਜ਼ੈਕਟ ਉਹ 5000 ਦੀ ਹੀ ਉਸ ਇਨਸਾਨ ਨੇ ਖਰੀਦੀ ਸੀ ਜਾਂ ਕਿਵੇਂ ਉਹ ਰੇਟ ਵਗੈਰਾ ਕੀ ਨੇ ਉਹਦੇ? ਨਹੀਂ ਜੀ, ਇਹਦੇ ਵਿੱਚ ਇਸ ਚੀਜ਼ ਦਾ ਜਵਾਬ ਤੁਹਾਨੂੰ ਆਪਣੇ ਆਪ ਹੀ ਕਲੀਅਰ ਹੋ ਜਾਏਗਾ ਜਦੋਂ ਮੈਂ ਤੁਹਾਨੂੰ ਸਾਰਾ ਸਿਸਟਮ ਸਮਝਾਣਾ। ਜੀ। ਬੇਸਿਕਲੀ ਕੈਂਸਰ ਡਿਪਾਰਟਮੈਂਟ ਜਿਹੜਾ ਹੈਗਾ ਇੱਥੇ ਅੰਮ੍ਰਿਤਸਰ ਦੇ ਵਿੱਚ ਸ਼ਹਿਰ ਦੇ ਵਿੱਚ ਸਿਰਫ 2 ਹੀ ਹਸਪਤਾਲ ਨੇ ਜਿਨ੍ਹਾਂ ਨੂੰ ਗਵਰਨਮੈਂਟ ਵੱਲੋਂ ਪਰਮਿਸ਼ਨ ਹੈਗੀ ਹੈ ਕੈਂਸਰ ਟ੍ਰੀਟਮੈਂਟ ਜਿਹੜਾ MMPC ਦੇ ਅੰਡਰ ਕਰਨ ਦੀ। ਇੱਕ ਗੁਰੂ ਨਾਨਕ ਹਸਪੀਟਲ ਹੈ, ਇੱਕ ਸਾਡਾ ਹਸਪੀਟਲ ਹੈਗਾ ਜੀ। ਔਰ ਉਹਦੇ ਵਿੱਚ ਜਿਹੜੀ ਇਹ ਪਰਮਿਸ਼ਨ ਹੈ ਗਵਰਨਮੈਂਟ ਨੇ ਜਿਹੜੀ ਦਿੱਤੀ ਹੈ ਉਹਦੇ ਵਿੱਚ ਸਾਰਾ ਉਹਨਾਂ ਦਾ ਇੱਕ ਸੈੱਟ ਪ੍ਰੋਸੀਜਰ ਹੈਗਾ ਕਿ ਜਿਹੜਾ ਬਿਲਕੁਲ ਉਸ ਤਰ੍ਹਾਂ ਸਾਨੂੰ ਇੱਕ ਇੱਕ ਚੀਜ਼ ਔਰ ਇੱਕ ਇੱਕ ਸਾਰੇ ਸਿਸਟਮ ਦੇ ਨਾਲ ਚੱਲਣਾ ਪੈਂਦਾ, ਸਾਡੀ ਉਹਦੇ ਵਿੱਚ ਕੋਈ ਵੀ ਆਪਣੀ ਮਰਜ਼ੀ ਨਹੀਂ ਕਰ ਸਕਦੀ। ਉਹਦੇ ਵਿੱਚ ਸਭ ਤੋਂ ਪਹਿਲਾਂ ਸਟਾਰਟਿੰਗ ਦੇ ਦਵਾਈਆਂ ਦੀ ਗੱਲ ਜੇ ਕਰੀਏ, ਇਹ ਇਸ ਤਰ੍ਹਾਂ ਸਾਨੂੰ ਇੱਕ ਲਿਸਟ ਆਂਦੀ ਹੈ, ਉਹਦੇ ਤੇ ਜਿਹੜੀਆਂ ਕੰਪਨੀਆਂ ਹੈਗੀਆਂ ਜਿਨ੍ਹਾਂ ਦੇ ਉੱਤੇ ਸਾਰਿਆਂ ਦੇ ਨਾਮ ਲਿਖੇ ਹੋਏ ਆ, ਜਿਹੜਾ ਕਿ ਗਵਰਨਮੈਂਟ ਉਹਨਾਂ ਨਾਲ ਕੰਪਨੀਆਂ ਨਾਲ ਕੰਟਰੈਕਟ ਕਰਦੀ ਹੈ ਕਿ ਵੀ ਤੁਸੀਂ ਸਾਨੂੰ ਇਹ ਮੈਡੀਸਿਨਸ ਜਿਹੜੀਆਂ ਹੈਗੀਆਂ ਕੈਂਸਰ ਦੇ ਟ੍ਰੀਟਮੈਂਟ ਵਾਸਤੇ ਇਹ ਦਵਾਈਆਂ ਦੇਣਗੇ। ਔਰ ਇਹ 27 ਕੰਪਨੀਆਂ ਦੀ ਲਿਸਟ ਹੈਗੀ ਹੈ ਜਿਹੜੀ ਸਾਰੀਆਂ ਮੈਡੀਕਲ ਫਾਰਮਾਸਿਊਟੀਕਲ ਕੰਪਨੀਆਂ ਹੈਗੀਆਂ ਜਿਹੜੀਆਂ ਗਵਰਨਮੈਂਟ ਨੂੰ ਜਿਨ੍ਹਾਂ ਨਾਲ ਗਵਰਨਮੈਂਟ ਨੇ ਕੰਟਰੈਕਟ ਕੀਤਾ ਹੈ ਜੀ। ਨਾਲ ਹੀ ਇਸ ਦੇ ਵਿੱਚ ਕਿਹੜੀ ਦਵਾਈ ਕਿੰਨੇ ਦੀ ਸਾਨੂੰ ਦੇਣਗੇ ਉਹ ਵੀ ਗਵਰਨਮੈਂਟ ਨੇ ਰੇਟ ਫਿਕਸ ਕੀਤੇ ਹੋਏ ਆ ਔਰ ਇਹ ਰੇਟ ਫਿਕਸ ਹੁੰਦੇ ਨੇ ਗਵਰਨਮੈਂਟ ਦੇ ਵਿਦ ਦ ਹੈਲਪ ਆਫ ਟਾਟਾ ਮੈਮੋਰੀਅਲ ਹਸਪੀਟਲ ਬੰਬੇ ਜੀ। ਉਹਨਾਂ ਦੀ ਮਦਦ ਦੇ ਨਾਲ ਇਹ ਸਾਰੀ ਲਿਸਟ ਫਾਈਨਲਾਈਜ਼ ਕੀਤੀ ਜਾਂਦੀ ਹੈ। ਸਾਰਾ ਕੰਮ ਸਰਕਾਰ ਦੇ ਪੱਧਰ ਤੇ ਹੋ ਰਿਹਾ। ਸਾਨੂੰ ਸਿਰਫ ਇਸ ਤਰ੍ਹਾਂ ਚਿੱਠੀ ਆਂਦੀ ਹੈ ਜੀ ਕਿ ਇਹ ਕੰਪਨੀ ਹੈਗੀ ਜਿੱਥੋਂ ਤੁਸੀਂ ਦਵਾਈਆਂ ਲੈਣੀਆਂ ਔਰ ਇਹ ਰੇਟ ਦੇ ਉੱਤੇ ਤੁਹਾਨੂੰ ਦਵਾਈਆਂ ਮਿਲਣਗੀਆਂ। ਨਾਲ ਉਹਨਾਂ ਨੇ ਇਹ ਵੀ ਸਾਨੂੰ ਇਨਸਟਰਕਸ਼ਨਸ ਦਿੱਤੀਆਂ ਹੋਈਆਂ ਕਿ ਤੁਸੀਂ ਜਿਹੜਾ ਅੱਗੇ ਕੰਮ ਕਰਨਾ ਹੈ ਔਰ ਜਿਹੜੀ ਪੇਸ਼ੈਂਟਸ ਨੂੰ ਤੁਸੀਂ ਮੈਡੀਸਨ ਦੇਣੀ ਹੈ ਇਸ ਰੇਟ ਤੋਂ ਇਲਾਵਾ 6% ਤੁਸੀਂ ਜਿਹੜੇ ਤੁਹਾਡੇ ਉੱਪਰਲੇ ਐਡੀਸ਼ਨਲ ਕਾਸਟ ਹੈਗੇ ਆ, ਦਵਾਈ ਆਂਦੀ ਹੈ, ਟਰਾਂਸਪੋਰਟ ਦਾ ਖਰਚਾ ਹੈ, ਪਲੱਸ ਹੋਰ ਸਾਰੀਆਂ ਜਿਹੜੀਆਂ ਸਾਡੀ ਫੈਸਿਲਿਟੀ ਦੇਣ ਦਾ ਔਰ ਸਾਰੇ ਜਿਹੜੇ ਸਾਡੇ ਓਵਰਹੈਡ ਐਕਸਪੈਂਸਸ ਆ ਜਾਂਦੇ ਆ ਉਹਨੂੰ ਕਵਰ ਕਰਨ ਵਾਸਤੇ 6% ਗਵਰਨਮੈਂਟ ਨੇ ਲਿਖਤੀ ਰੂਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਚੀਜ਼ ਲਿਖਿਆ ਹੈ ਕਿ 6% ਤੁਸੀਂ ਐਕਸਟਰਾ ਉਸ ਰੇਟ ਤੋਂ ਇਲਾਵਾ ਐਕਸਟਰਾ ਚਾਰਜ ਕਰਕੇ ਤੁਸੀਂ ਪੇਸ਼ੈਂਟ ਨੂੰ ਦਵਾਈ ਉਸ ਕਾਸਟ ਤੇ ਦੇ ਸਕਦੇ ਹੋ ਜੀ। ਜਿਹੜੇ ਗਵਰਨਮੈਂਟ ਦੇ ਪੇਸ਼ੈਂਟਸ ਜਿਨ੍ਹਾਂ ਦਾ ਕੇਸ ਪਾਸ ਹੋ ਜਾਂਦਾ ਹੈ, ਜਿਨ੍ਹਾਂ ਨੂੰ ਪਰਮਿਸ਼ਨ ਆ ਜਾਂਦੀ ਹੈ ਕਿ ਵੀ ਇਹਨਾਂ ਤੁਸੀਂ ਟ੍ਰੀਟਮੈਂਟ ਕਰੋ, ਉਹਦਾ ਪ੍ਰੋਸੀਜਰ ਹੈ ਕਿ ਅਸੀਂ ਇਹ ਸਾਰੀਆਂ ਦਵਾਈਆਂ ਯੂਜ਼ ਕਰਦੇ ਹਾਂ ਔਰ ਸਾਨੂੰ ਯੂਟਿਲਿਟੀ ਦੇਣੀ ਪੈਂਦੀ ਹੈ। UC ਕਹਿੰਦੇ ਆ, ਯੂਟਿਲਿਟੀ ਸਰਟੀਫਿਕੇਟ ਅਸੀਂ ਦਿੰਨੇ ਆ ਗਵਰਨਮੈਂਟ ਨੂੰ। ਉਹਦਾ ਮਤਲਬ ਹੈ ਜੇ ਕਿਸੇ ਪੇਸ਼ੈਂਟ ਨੂੰ ABCD ਕੋਈ ਦਵਾਈ ਅਸੀਂ ਕੈਂਸਰ ਦੀ ਲਗਾਈ ਹੈ ਤਾਂ ਉਹਦੇ ਹਿਸਾਬ ਨਾਲ ਜੋ ਉਹਦਾ ਦਵਾਈ ਦਾ ਲਿਸਟ ਦਾ ਰੇਟ ਹੈ ਉਹ ਰੇਟ ਦੇ ਹਿਸਾਬ ਨਾਲ ਪਲੱਸ 6% ਦਾ ਕਰਕੇ ਸਾਨੂੰ ਬਿਲਿੰਗ ਕਰਨੀ ਪੈਂਦੀ ਹੈ। ਭਾਵੇਂ ਅਸੀਂ ਪੇਸ਼ੈਂਟ ਕੋਲੋਂ ਕੋਈ ਪੈਸੇ ਨਹੀਂ ਲੈ ਰਹੇ ਫਿਰ ਵੀ ਸਾਨੂੰ ਬਿਲਿੰਗ ਕਰਨੀ ਪੈਂਦੀ ਹੈ ਔਰ ਉਹ ਬਿਲਿੰਗ ਜਿਹੜੀ ਹੈ ਉਹ ਪੇਸ਼ੈਂਟ ਦੀ ਫਾਈਲ ਦੇ ਵਿੱਚ ਲੱਗਦੀ ਹੈ। ਜੋ ਉਸ ਪੇਸ਼ੈਂਟ ਦਾ ਕੋਈ ਟੈਸਟ ਹੁੰਦਾ ਹੈ, ਕੋਈ ਆਪਰੇਸ਼ਨ ਹੁੰਦਾ ਹੈ, ਕੋਈ ਹੋਰ ਜੋ ਵੀ ਉਹਦਾ ਟ੍ਰੀਟਮੈਂਟ ਸਾਰਾ ਕੀਮੋਥੈਰੇਪੀ ਦਾ, ਰੇਡੀਓਥੈਰੇਪੀ ਦਾ, ਇਹ ਸਾਰੀਆਂ ਚੀਜ਼ਾਂ ਨੇ ਸਾਨੂੰ ਬਿੱਲ ਕੱਟਣੇ ਪੈਂਦੇ ਆ ਔਰ ਬਿੱਲ ਕੱਟ ਕੇ ਉਹ ਪੇਸ਼ੈਂਟ ਦੀ ਫਾਈਲ 'ਚ ਲੱਗਦੇ ਆ। ਉਹ ਸਾਰੀ ਫਾਈਲ ਜਿਹੜੀ ਆ ਉਹ ਅਸੀਂ ਗਵਰਨਮੈਂਟ ਦੇ ਉੱਥੇ MMPC ਦੇ ਦਫ਼ਤਰ ਦੇ ਵਿੱਚ ਉਹ ਸਾਰਾ ਰਿਕਾਰਡ ਭੇਜਦੇ ਆ, ਜਿਹਨੂੰ ਸਟੱਡੀ ਕਰਕੇ ਉਹਦੇ ਵਿੱਚੋਂ ਵੀ ਉਹ ਜਿਹੜੀ ਚੀਜ਼ ਉਹਨਾਂ ਨੇ ਵਿੱਚੋਂ ਸਾਰੀ ਵੈਰੀਫਾਈ ਕਰਕੇ ਪੜਤਾਲ ਕਰਕੇ ਇੱਕ ਚੀਜ਼ ਦੀ ਫਿਰ ਸਾਨੂੰ ਉਸ ਚੀਜ਼ ਦੀ ਪੇਮੈਂਟ ਆਉਂਦੀ ਹੈ ਔਰ ਉਹ ਪੇਮੈਂਟ ਪੇਸ਼ੈਂਟ ਦੇ ਟ੍ਰੀਟਮੈਂਟ ਕਰਨ ਤੋਂ ਕਾਫੀ ਅਰਸੇ ਬਾਅਦ ਆਉਂਦੀ ਹੈ। 6 ਮਹੀਨੇ ਵੀ ਲੱਗ ਜਾਂਦੇ, ਸਾਲ ਵੀ ਲੱਗ ਜਾਂਦੇ, ਵੱਧ ਵੀ ਲੱਗ ਜਾਂਦੇ। ਉਹ ਸਾਡੀ ਜਿਹੜੀ ਪੇਮੈਂਟ ਉਹਨਾਂ ਕੋਲ ਗਵਰਨਮੈਂਟ ਵੱਲੋਂ ਜਿਹੜੀ ਸਾਨੂੰ ਆਉਂਦੀ ਹੈ ਵਿਦਆਊਟ ਐਨੀ ਕਿਸੇ ਇੰਟਰਸਟ ਤੇ ਆਉਂਦੀ ਹੈ ਔਰ ਉਹ ਪੇਮੈਂਟ ਆਉਣ ਦਾ ਕੋਈ ਟਾਈਮ ਨਹੀਂ ਹੈਗਾ। ਸੋ ਇਹ ਜਿਹੜੀ ਬਿਲਿੰਗ ਕਰਨੀ ਹੈ ਭਾਵੇਂ ਅਸੀਂ ਪੇਸ਼ੈਂਟ ਤੋਂ ਪੈਸੇ ਨਹੀਂ ਵੀ ਲੈ ਰਹੇ ਤਾਂ ਵੀ ਸਾਨੂੰ ਬਿਲਿੰਗ ਕਰਕੇ ਉਹ ਜਿਹੜੀ ਗਵਰਨਮੈਂਟ ਦੀ ਇਨਸਟਰਕਸ਼ਨਸ ਪੂਰੀਆਂ ਕਰਨ ਵਾਸਤੇ ਸਾਨੂੰ UC ਦੇਣੀ ਪੈਂਦੀ, ਯੂਟਿਲਿਟੀ ਸਰਟੀਫਿਕੇਟ ਦੇਣਾ ਪੈਂਦਾ ਕਿ ਅਸੀਂ ਇਹ ਤੁਸੀਂ ਅਮਾਊਂਟ ਸੈਂਕਸ਼ਨ ਕੀਤੀ ਸੀ ਤੇ ਇਹ ਅਸੀਂ ਸਾਰੇ ਪੇਸ਼ੈਂਟ ਦੇ ਉੱਤੇ ਇਹ ਇਲਾਜ ਕੀਤਾ, ਇਹ ਇਹਦਾ ਬਿੱਲ ਹੈ, ਦਵਾਈਆਂ ਦਾ ਬਿੱਲ ਹੈ, ਕੀਮੋਥੈਰੇਪੀ ਦਾ ਬਿੱਲ ਹੈ, ਇਹ ਸਰਜਰੀ ਦਾ ਮਤਲਬ ਚਾਰजेस ਨੇ, ਇਹ ਟੈਸਟਾਂ ਦੇ ਚਾਰजेस ਨੇ। ਸੋ ਜਿਹੜੇ ਵੀ ਚਾਰजेस ਪੇਸ਼ੈਂਟ ਦੇ ਅਸੀਂ ਲਗਾ ਰਹੇ ਹਾਂ, ਜਿਹੜੇ ਵੀ ਟ੍ਰੀਟਮੈਂਟ ਦੇ ਵਿੱਚ ਕਾਸਟ ਲੱਗਦੀ ਹੈ ਔਰ ਇਹ ਸਾਰੀ ਕਾਸਟ ਜਿਹੜੀ ਹੈ ਇੱਕ ਪੈਸੇ ਦਾ ਹਿਸਾਬ ਜਿਹੜਾ ਉਹ ਅਕੋਰਡਿੰਗ ਟੂ ਦੀ ਗਵਰਨਮੈਂਟ ਲਿਸਟ ਹੀ ਹੈਗਾ। ਸਾਡੀ ਇਹਦੇ 'ਚ ਇੱਕ ਵੀ ਮਰਜ਼ੀ ਦੇ ਨਾਲ ਅਸੀਂ 1 ਰੁਪਈਆ ਵੀ ਤਾਂ ਠਾਂ ਨਹੀਂ ਕਰ ਸਕਦੇ। ਜੋ ਗਵਰਨਮੈਂਟ ਦੇ ਪ੍ਰਾਈਸ ਲਿਸਟ ਹੈ ਉਹਦੇ ਹਿਸਾਬ ਨਾਲ ਹੀ ਸਾਨੂੰ ਐਗਜ਼ੈਕਟਲੀ ਫੋਲੋ ਕਰਨਾ ਪੈਂਦਾ ਜੀ। ਸਰ ਹੁਣ ਜੇ ਅਸੀਂ ਮੈਡੀਸਨ ਦੀ ਗੱਲ ਕਰੀਏ ਤਾਂ ਜਿਹੜੀ ਉਹਨੇ ਫੜੀ ਹੋਈ ਹੈ ਦਵਾਈ ਦਾ ਡੱਬਾ ਫੜਿਆ ਹੋਇਆ ਤੇ ਉਹ ਕਹਿ ਰਿਹਾ ਕਿ 5000 ਦੀ ਮੈਂ ਲਈ ਹੈ, ਤੁਸੀਂ ਕਹਿ ਰਹੇ ਹੋ ਕਿ ਗਵਰਨਮੈਂਟ ਨੇ ਰੇਟ ਫਿਕਸ ਕੀਤੇ ਹੁੰਦੇ ਨੇ, ਤਾਂ ਵਾਕਿਆ ਉਹ ਕਿੰਨਾ ਰੇਟ ਜਿਹੜਾ ਇੱਥੋਂ ਕਿੰਨੇ ਰੇਟ ਦੀ ਮਿਲਦੀ ਹੈ ਤੇ ਜੇ ਬਾਹਰੋਂ ਕਿਸੇ ਮੈਡੀਕਲ ਸਟੋਰ ਤੋਂ ਲੈਂਦਾ ਤਾਂ ਉੱਥੇ ਕਿੰਨੇ ਰੇਟ ਦੀ ਮਿਲਦੀ ਹੈ? ਜਿਹੜੇ ਰੇਟ ਦੀ ਗੱਲ ਕਰੀਏ ਜੀ ਤੇ ਸਾਰੀਆਂ ਦਵਾਈਆਂ ਦਾ ਰੇਟ ਇਹਦੇ 'ਚ ਦਿੱਤੇ ਹੋਏ ਆ। ਇਹਦੇ ਵਿੱਚੋਂ ਜੇ ਅਸੀਂ ਐਸੇ ਦਵਾਈ ਦੀ ਗੱਲ ਕਰੀਏ ਜਿਹਦੀ ਗੱਲ ਆਪਾਂ ਕਰ ਰਹੇ ਹਾਂ, ਇਹ ਸੋਰਾਫਿਨਿਬ ਨਾਂ ਦੀ ਮੈਡੀਸਨ ਹੈਗੀ ਕੈਂਸਰ ਦੀ ਮੈਡੀਸਨ ਜਿਹੜੀ, ਔਰ ਸਿਪਲਾ ਕੰਪਨੀ ਦੇ ਰਹੀ ਹੈ ਸਾਨੂੰ ਪ੍ਰੋਵਾਈਡ ਕਰ ਰਹੀ ਹੈ। ਇਹਦੇ 'ਚ ਜਿਹੜੀ ਪੈਕਿੰਗ ਹੈਗੀ ਹੈ ਡੱਬੀ ਦੇ ਵਿੱਚ ਜਿਸ 'ਚ ਟੈਬਲੇਟਸ ਹੁੰਦੀਆਂ 30 ਟੈਬਲੇਟਸ ਦੀ ਡੱਬੀ ਹੈਗੀ ਹੈ, ਉਹਦੀ ਕਾਸਟ ਜਿਹੜੀ ਗਵਰਨਮੈਂਟ ਨੇ ਫਿਕਸ ਕੀਤੀ ਹੋਈ ਹੈ ਜਿਹੜੀ 1260 ਰੁਪਏ ਹੈਗੀ। ਅਸੀਂ ਉਹ 1260 ਰੁਪਏ 6% ਲਗਾ ਕੇ ਪਲੱਸ ਉਹਦੇ 'ਚ GST ਨਾਲ ਐਡ ਕਰਕੇ ਸਾਰਾ ਤੇ ਉਹ ਜਿਹੜਾ 1335 ਰੁਪਏ ਦੀ ਉਹ ਸਾਰੀ ਜਿਹੜੀ ਬਿਲਿੰਗ ਆਪਾਂ ਪੇਸ਼ੈਂਟ ਨੂੰ ਕੀਤੀ ਹੈ ਜੀ।
ਤੇ ਉਹ ਫਿਰ 5000 ਦਾ ਬਿੱਲ 5000 ਦਾ ਬਿੱਲ ਕਿਵੇਂ ਦਿਖਾ ਰਿਹਾ? ਉਹੀ ਜਿਹੜੀ ਮੈਡੀਸਨ ਜੇ ਪੇਸ਼ੈਂਟ ਬਾਹਰੋਂ ਲੈਂਦਾ ਹੈ ਤੇ ਤਕਰੀਬਨ 2100 ਰੁਪਏ ਦੀ ਉਹ ਕਾਸਟ ਕਰਦੀ ਹੈ ਪੇਸ਼ੈਂਟ ਨੂੰ, ਜੀ ਜਿਹੜੀ ਕਿ ਅੰਦਰੋਂ ਅਸੀਂ ਸਬਸਿਡਾਈਜ਼ ਰੇਟ ਤੇ ਐਜ਼ ਪਰ ਗਵਰਨਮੈਂਟ ਲਿਸਟ ਅਸੀਂ ਦੇ ਰਹੇ ਹਾਂ, ਉਹਦੇ 'ਚ ਸਾਡੀ ਆਪਣੀ ਕੋਈ ਉਹ ਮਰਜ਼ੀ ਨਹੀਂ ਹੈਗੀ। ਜੀ ਪੇਸ਼ੈਂਟ ਜਿਹੜਾ ਕਲੇਮ ਕਰ ਰਿਹਾ ਕਿ ਜੀ ਇਹ 5000 ਦੀ ਉਹ ਉਹਨਾਂ ਨੇ 4 ਡੱਬੀਆਂ ਲਈਆਂ, ਜਿਹਦੇ ਵਿੱਚ ਸਾਰੇ ਡਿਊਟੀਆਂ ਪਾ ਕੇ GST ਪਾ ਕੇ ਉਹ ਟੋਟਲ ਅਮਾਉਂਟ ਉਨੀ ਬਣਦੀ ਹੈ 4 ਡੱਬੀਆਂ ਦੀ। 4 ਡੱਬੀਆਂ ਦੀ, ਜਿਹੜੀ ਇੱਕ ਡੱਬੀ ਹੱਥ 'ਚ ਫੜੀ ਹੋਈ ਹੋ ਜਿਹੀਆਂ 4 ਡੱਬੀਆਂ। ਹਾਂਜੀ, ਉਹੋ ਜਿਹੀਆਂ 4 ਡੱਬੀਆਂ ਲਈਆਂ ਜੀ ਉਹਨਾਂ ਨੇ, ਪਲੱਸ ਉਸ ਤੋਂ ਇਲਾਵਾ ਇੱਕ ਮੈਡੀਸਨ ਹੋਰ ਹੈਗੀ ਹੈ, ਉਹਦੀ ਵੀ ਕਾਸਟ ਪਾ ਕੇ ਟੋਟਲ ਜਿਹੜੀ ਉਹ ਇੰਨੀ ਬਣਦੀ ਜੀ। ਉਹ ਤੁਹਾਡੇ ਕੋਲ ਬਿੱਲ ਹੈ ਉਹਦਾ ਪੇਸ਼ੈਂਟ ਦਾ? ਹਾਂਜੀ ਹੈ ਜੀ। ਜੀ ਉਹ ਕੈਮਰੇ 'ਚ ਦਿਖਾ। ਹਾਂਜੀ ਇਹ ਹੈਗਾ ਜੀ ਬਿੱਲ ਜਿਹੜਾ ਅਸੀਂ ਦਿੱਤਾ ਹੈ ਉਸ ਪੇਸ਼ੈਂਟ ਨੂੰ, ਔਰ ਇਸ ਬਿੱਲ ਦੇ ਉੱਤੇ ਸਾਰੀ ਡਿਟੇਲ ਔਰ ਪੂਰੀ ਇੱਕ ਇੱਕ ਚੀਜ਼ ਦਾ ਵੇਰਵਾ ਦਿੱਤਾ ਹੋਇਆ ਜੀ ਪੂਰਾ। ਜੀ ਤੁਹਾਡੇ ਸਾਹਮਣੇ ਦੇਖੋ ਇਹ ਬਿੱਲ ਵੀ ਹੈ ਜੋ ਅਸੀਂ ਵੀਡੀਓ ਦੇਖੀ ਵਾਇਰਲ, ਉਹਦੇ ਵਿੱਚ ਬਿੱਲ ਤਾਂ ਦਿਖਾ ਦਿੱਤਾ ਗਿਆ ਪਰ ਬਿੱਲ ਦੇ ਪਿੱਛੇ ਦੀ ਸੱਚਾਈ ਜਿਹੜੀ ਹੈ ਭਾਵੇਂ ਕਿ ਡਾਕਟਰ ਸਾਹਿਬ ਨੇ ਹੁਣ ਪ੍ਰੋਪਰ ਐਕਸਪਲੇਨ ਕਰ ਹੀ ਦਿੱਤਾ ਹੈ, ਬਟ ਇਹ ਜਿਹੜੀ ਤੁਸੀਂ ਸਾਨੂੰ ਸਾਰਾ ਇਹ ਪ੍ਰੋਸੈਸ ਦੱਸ ਰਹੇ ਹੋ ਕਿ ਇਹ ਉਸ ਨੂੰ ਨਹੀਂ ਐਕਸਪਲੇਨ ਕੀਤਾ ਗਿਆ ਸੀ ਕਿ ਕਿਉਂ ਅਸੀਂ ਬਿੱਲ ਲੈ ਰਹੇ ਹਾਂ, ਭਾਵੇਂ ਉੱਤੇ ਨਾਟ ਫॉर ਸੇਲ ਲਿਖਿਆ ਹੋਇਆ ਪਰ ਕਿਉਂ ਬਿੱਲ ਲਿਆ ਜਾ ਰਿਹਾ ਉਹਨੂੰ ਨਹੀਂ ਦੱਸਿਆ ਗਿਆ ਸੀ। ਜਿਹੜਾ ਦੇਖੋ ਜੀ ਇਸ ਚੀਜ਼ ਬਾਰੇ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ ਕਿ ਨਾਟ ਫॉर ਸੇਲ ਜਿਹੜਾ ਲਿਖਿਆ ਹੁੰਦਾ ਹੈ, ਕਿਉਂਕਿ ਕੰਪਨੀਆਂ ਨੇ ਗਵਰਨਮੈਂਟ ਨਾਲ ਕੰਟਰੈਕਟ ਕੀਤਾ ਹੈ ਜੀ, ਗਵਰਨਮੈਂਟ ਨਾਲ ਕੰਟਰੈਕਟ ਕਰਕੇ ਉਹ ਦਵਾਈ ਜਿਹੜੀ ਹੈ ਉਹ ਮਤਲਬ ਸਿਰਫ ਇਸ ਪਰਪਸ ਲਈ ਹੀ ਆਏਗੀ, ਇਸ ਕਰਕੇ ਉਹਨਾਂ ਉੱਤੇ ਉਹਨਾਂ ਨੇ ਨਾਟ ਫॉर ਸੇਲ ਲਿਖ ਦਿੱਤਾ ਤਾਂ ਕਿ ਇਹ ਦਵਾਈ ਦਾ ਕੋਈ ਮਿਸਯੂਜ਼ ਨਾ ਕਰੇ। ਬਿਲਕੁਲ। ਤੇ ਇਸ ਕਰਕੇ ਉਹਨਾਂ ਨੇ ਇਹਦੇ 'ਚ ਲਿਖ ਦਿੱਤਾ, ਅਦਰਵਾਈਜ਼ ਇਹ ਸਿਰਫ ਇਸ ਕਰਕੇ ਹੈ ਕਿ ਵੀ ਨਾਟ ਫॉर ਸੇਲ ਦਾ ਮਤਲਬ ਇਹ ਨਹੀਂ ਹੈ ਕਿ ਵੀ ਇਹਨੂੰ ਵੇਚਿਆ ਨਹੀਂ ਜਾ ਸਕਦਾ, ਮਤਲਬ ਹੈ ਕਿ ਵੀ ਇਹ ਆਮ ਮਾਰਕੀਟ ਦੇ ਵਿੱਚ ਨਹੀਂ ਮਿਲੇਗੀ ਮੈਡੀਸਨ, ਇਹ ਸਿਰਫ ਜਿਹੜੇ ਕੈਂਸਰ ਵਾਲੇ ਹਸਪੀਟਲ ਨੇ ਜਿਨ੍ਹਾਂ ਨੂੰ ਗਵਰਨਮੈਂਟ ਨੇ ਪੈਨਲ ਕੀਤਾ ਹੋਇਆ ਸਿਰਫ ਉਹਨਾਂ ਦੀ ਫਾਰਮੇਸੀ ਦੇ ਵਿੱਚ ਦਵਾਈ ਅਵੇਲੇਬਲ ਹੋਏਗੀ ਜੀ, ਤਾਂ ਕਰਕੇ ਉਹਦੇ ਤੇ ਨਾਟ ਫॉर ਸੇਲ ਲਿਖਿਆ ਹੋਇਆ। ਬਟ ਉਹਦੇ ਵਿੱਚ ਜਿਹੜੀ ਅਸੀਂ ਬਿਲਿੰਗ ਵੀ ਕਰ ਰਹੇ ਹਾਂ, ਜੋ ਅਸੀਂ ਪ੍ਰਾਈਸ ਵੀ ਲਗਾ ਰਹੇ ਹਾਂ, ਉਹ ਅਸੀਂ ਠੀਕ ਉਹੀ ਲਗਾ ਰਹੇ ਹਾਂ ਜੋ ਗਵਰਨਮੈਂਟ ਨੇ ਸਾਨੂੰ ਇਨਸਟਰਕਸ਼ਨ ਦਿੱਤੀਆਂ ਹੋਈਆਂ ਜੀ। ਤੇ ਉਸ ਨੂੰ ਇਸ ਬਾਰੇ ਪਤਾ ਸੀ, ਉਹ ਪਹਿਲਾਂ ਵੀ ਕੋਈ ਮੈਡੀਸਨ ਲੈ ਕੇ ਜਾਂਦਾ ਸੀ? ਹਾਂਜੀ, ਮੈਂ ਜਿੰਨਾ ਕੁ ਪਤਾ ਕਰਵਾਇਆ ਜੀ, ਇਹ ਪੇਸ਼ੈਂਟ ਕਾਫੀ ਦੇਰ ਤੋਂ ਮੈਡੀਸਨ ਲੈ ਕੇ ਜਾ ਰਿਹਾ, ਕੋਈ ਪਹਿਲੀ ਵਾਰੀ ਉਹਨਾਂ ਨੇ ਮੈਡੀਸਨ ਨਹੀਂ ਲਈ ਜੀ। ਤੇ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਕੀ ਉਹਨਾਂ ਦੇ ਦਿਮਾਗ ਦੇ ਵਿੱਚ, ਪੇਸ਼ੈਂਟ ਦੇ ਦਿਮਾਗ 'ਚ ਕੀ ਕੋਈ ਗੱਲ ਸੁੱਜੀ, ਕੋਈ ਸ਼ਰਾਰਤ ਸੁੱਜੀ ਹੈ ਕਿ ਵੀ ਜਿਹਦੇ ਕਰਕੇ ਪਹਿਲਾਂ ਆਰਾਮ ਨਾਲ ਦਵਾਈ ਲੈ ਜਾ ਕੇ ਔਰ ਹੁਣ ਉਸ ਚੀਜ਼ ਨੂੰ ਇੰਨਾ ਉਛਾਲਿਆ ਜਾ ਰਿਹਾ ਔਰ ਅਨਨੈਸੈਸਰੀ ਹੈ ਇਸ ਚੀਜ਼ ਬਾਰੇ। ਪੋਲੀਟੀਕਲ ਮੋਟਿਵ ਦੇ ਕਿਉਂਕਿ ਪਾਰਟੀ ਦਾ ਨਾਮ ਲਿਆ ਗਿਆ ਪਿੱਛੇ। ਬਿਲਕੁਲ ਹੋ ਸਕਦਾ ਹੈ ਜੀ, ਪੋਲੀਟੀਕਲ ਮੋਟਿਵ ਹੋ ਸਕਦਾ ਹੈ, ਕਿਉਂਕਿ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਸਾਡੀ ਸੰਸਥਾ ਜਿਹੜੀ ਹੈ ਗੁਰੂ ਰਾਮਦਾਸ ਜੀ ਦੇ ਨਾਂ ਤੇ ਸੰਸਥਾ ਚੱਲਦੀ ਹੈ ਔਰ ਸਾਰੇ ਪਾਸੇ ਸਾਡੀ ਸੰਸਥਾ ਜਿਹੜੀ ਕਨੈਕਟਡ ਹੈਗੀ। ਜੀ ਜੀ ਸਰ, ਇਹ ਤੁਸੀਂ ਬਹੁਤ ਵਧੀਆ ਐਕਸਪਲੇਨ ਤਾਂ ਕਰ ਦਿੱਤਾ, ਪਰ ਜਾਂਦੇ ਜਾਂਦੇ ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ ਵੇਖਣ ਵਾਲੇ, ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਹੈ, ਮਾਈਂਡ ਸੈਟਅਪ ਬਣਦਾ ਹੈ ਨਾ ਲੋਕਾਂ ਦਾ, ਤਾਂ ਤੁਸੀਂ ਕੀ ਕਹਿਣਾ ਚਾਹੋਗੇ ਕਿ ਜੋ ਸੰਸਥਾ ਦੇ ਬਾਰੇ ਕੋਈ ਵੀ ਵੀਡੀਓ, ਕਿਉਂਕਿ ਆਏ ਦਿਨ ਹੀ ਵੀਡੀਓਜ਼ ਵਾਇਰਲ ਹੋ ਜਾਂਦੀਆਂ ਨੇ, ਨੈਗੇਟਿਵ ਵਾਲੀਆਂ ਜਿਹੜੀਆਂ ਜ਼ਿਆਦਾ ਵਾਇਰਲ ਹੁੰਦੀਆਂ ਨੇ, ਤਾਂ ਤੁਸੀਂ ਕੀ ਕਹਿਣਾ ਚਾਹੋਗੇ ਦੇਖਣ ਵਾਲਿਆਂ ਨੂੰ? ਮੈਂ ਸਿਰਫ ਦੇਖੋ ਜੀ, ਜਨਤਾ ਬਹੁਤ ਸਿਆਣੀ ਹੈ ਅੱਜ ਕੱਲ੍ਹ ਦੀ ਡੇਟ ਦੇ ਵਿੱਚ, ਹਰ ਕੋਈ ਬੰਦਾ ਆਪਣੇ ਆਪ ਦੇ ਵਿੱਚ ਬਹੁਤ ਇੰਟੈਲੀਜੈਂਟ ਹੈ, ਸਿਆਣਾ ਹੈ, ਤਾਂ ਮੈਂ ਕੋਈ ਬਹੁਤਾ ਇਸ ਚੀਜ਼ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰਾਂਗਾ। ਮੈਂ ਸਿਰਫ ਇੱਕ ਦਾਸ ਬਣ ਕੇ ਇੱਕ ਬੇਨਤੀ ਕਰਾਂਗਾ ਆਪਣੀ ਸਾਰੀ ਜਿਹੜੀ ਜਨਤਾ ਹੈਗੀ ਹੈ ਔਰ ਸਾਰੀ ਜਿਹੜੀ ਸੰਗਤ ਹੈਗੀ ਹੈ ਕਿ ਵੀ ਇਹੋ ਜਿਹੀ ਕੋਈ ਵੀ ਜਿਹੜੀ ਕੋਈ ਵੀਡੀਓ ਵਾਇਰਲ ਹੁੰਦੀ ਹੈ ਉਹਦੇ ਪਿੱਛੇ ਦੋ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਜਾਵੇ। ਸਭ ਤੋਂ ਪਹਿਲਾਂ ਤਾਂ ਕਿ ਵੀ ਜਿਹੜਾ ਬੰਦਾ ਉਹ ਵੀਡੀਓ ਕਰ ਰਿਹਾ ਉਹਦਾ ਕੀ ਪਰਪਸ ਹੈਗਾ, ਉਹਦਾ ਕੀ ਪਿੱਛੇ ਉਹਦਾ ਕਾਰਨ ਹੈ, ਉਹ ਬੰਦਾ ਇਸ ਤਰ੍ਹਾਂ ਕਿਉਂ ਕਰ ਰਿਹਾ। ਉਹ ਕੋਈ ਸਮਾਜ ਸੇਵਾ ਨਹੀਂ ਕਰ ਰਿਹਾ, ਉਹ ਸਿਰਫ ਆਪਣੀ ਸੈਲਫ ਪ੍ਰੇਜ਼ ਕਰ ਰਿਹਾ ਜਾਂ ਆਪਣੀ ਕੋਈ ਪ੍ਰੋਪੇਗੈਂਡਾ ਵਾਸਤੇ ਆਪਣੇ ਆਪ ਨੂੰ ਕਰਨ ਵਾਸਤੇ ਉਹ ਇਸ ਤਰ੍ਹਾਂ ਯੂਜ਼ ਕਰ ਰਿਹਾ। ਸੋ ਉਹ ਇੱਕ ਉਹ ਦੇਖ ਲੈਣਾ ਚਾਹੀਦਾ। ਦੂਸਰਾ, ਕੋਈ ਵੀ ਜਿਹੜੀ ਚੀਜ਼ ਆ ਉਹਦੇ ਦਿਮਾਗ ਦੇ ਵਿੱਚ ਕੁਝ ਵੀ ਕਰਨ ਵਾਸਤੇ ਸਭ ਤੋਂ ਪਹਿਲਾਂ ਤੇ ਉਹ ਚੀਜ਼ ਦੇ ਤੱਥ ਜਾਣੇ ਬਿਨਾ ਜਿਹੜਾ ਵੀ ਕੋਈ ਬੰਦਾ ਇਸ ਤਰ੍ਹਾਂ ਦੀ ਕਰਦਾ ਤੇ ਉਹਦੇ ਵੀਡੀਓ ਦੇ ਉੱਤੇ ਗੌਰ ਨਾ ਕੀਤਾ ਜਾਵੇ ਜਦ ਤੱਕ ਪੂਰੇ ਇਹਦੇ ਤੱਥ ਜਿਹੜੇ ਨੇ ਵੈਰੀਫਾਈ ਨਾ ਕੀਤੇ ਜਾਣ। ਤੇ ਇਸ ਚੀਜ਼ ਦੇ ਵਿੱਚ ਉਹਨੇ ਕੰਪਲੇਂਟ ਵੀ ਕੀਤੀ, ਗਵਰਨਮੈਂਟ ਡਿਪਾਰਟਮੈਂਟ ਦੇ ਵਿੱਚੋਂ ਡਰੱਗ ਇੰਸਪੈਕਟਰ ਆਏ, ਉਹਨਾਂ ਨੇ ਆ ਕੇ ਸਾਰੀ ਚੀਜ਼ ਪੜਤਾਲ ਕੀਤੀ। ਅਸੀਂ ਉਹਨਾਂ ਨੂੰ ਸਾਰੇ ਕਾਗਜ਼ ਦਿਖਾਤੇ, ਸਾਰਾ ਅਸੀਂ ਵੇਰਵਾ ਉਹਨਾਂ ਦੇ ਸਾਹਮਣੇ ਰੱਖਿਆ ਔਰ ਉਹਨਾਂ ਨੇ ਵੀ ਸਾਰਾ ਤਸੱਲੀ ਦੇ ਨਾਲ ਸਾਰੀ ਕਰਕੇ ਆਪਣੀ ਜੋ ਉਹਨਾਂ ਦੀ ਗਵਰਨਮੈਂਟ ਦੇ ਨਾਲ ਬੰਦੀ ਕਾਰਵਾਈ ਸੀਗੀ ਕੰਪਲੇਂਟ ਦੇ ਮੁਤਾਬਿਕ ਉਹ ਸਾਰੀ ਉਹਨਾਂ ਨੇ ਕੰਪਲੇਂਟ ਕਰਕੇ ਕਾਰਵਾਈ ਕਰ ਦਿੱਤੀ ਔਰ ਉਹਨਾਂ ਨੇ ਸਾਨੂੰ ਕਿਹਾ ਕਿ ਵੀ ਤੁਸੀਂ ਸਾਰਾ ਕੁਝ ਜੋ ਕਰ ਰਹੇ ਹੋ ਠੀਕ ਕਰ ਰਹੇ ਹੋ, ਉਹਦੇ 'ਚ ਸਾਨੂੰ ਕੋਈ ਕੋਤਾਹੀ ਹੁੰਦੀ ਨਹੀਂ ਪਾਈ ਗਈ ਕਿ ਜੋ ਵੀ ਸਿਸਟਮ ਅਸੀਂ ਇੱਥੇ ਕਰ ਰਹੇ ਹੋ। ਔਰ ਵੱਡੀ ਗੱਲ ਹੈ ਕਿ ਇਸ ਚੀਜ਼ ਨੂੰ ਕਹਿਣਾ ਤਾਂ ਬੜਾ ਸੌਖਾ ਹੈ ਜੀ ਕਿ ਕੈਂਸਰ ਮਰੀਜ਼ਾਂ ਨਾਲ ਇੰਜ ਕਰ ਰਿਹਾ, ਬਟ ਮੈਂ ਇੱਕੋ ਗੱਲ ਕਹਾਂਗਾ ਕਿ ਕੋਈ ਵੀ ਬੰਦਾ ਜਿਹਦਾ ਆਪਣਾ ਜ਼ਮੀਰ ਥੋੜ੍ਹਾ ਜਿਹਾ ਵੀ ਜ਼ਮੀਰ ਹੋਏਗਾ ਉਹ ਇਸ ਲੈਵਲ ਦੇ ਉੱਤੇ ਕਿਸੇ ਕੈਂਸਰ ਦੇ ਪੇਸ਼ੈਂਟ ਦੇ ਨਾਲ ਇਹੋ ਜਿਹਾ ਧੱਕਾ ਨਹੀਂ ਕਰ ਸਕਦਾ ਜਾਣ ਬੁੱਝ ਕੇ ਕਿ ਵੀ ਜਿਹੜੇ ਕਹੀਏ ਵੀ ਅਸੀਂ ਵੀ ਕਹਿੰਦੇ ਹਾਂ ਵੀ ਆਮ ਲੋਕ ਪੰਜਾਬੀ 'ਚ ਕਹਿੰਦੇ ਵੀ ਕੱਲ੍ਹ ਨੂੰ ਅਸੀਂ ਵੀ ਰੱਬ ਨੂੰ ਮੂੰਹ ਵਿਖਾਣਾ, ਇਹੋ ਜਿਹਾ ਕੰਮ ਕਰਕੇ ਉਹ ਵੀ ਕੈਂਸਰ ਵਾਲੇ ਪੇਸ਼ੈਂਟ ਨਾਲ ਇਹੋ ਜਿਹੀ ਐਡੀ ਵੱਡੀ ਕੁਤਾਈ ਮੇਰਾ ਨਹੀਂ ਖਿਆਲ ਕੋਈ ਵੀ ਬੰਦਾ ਜਿਹੜਾ ਆਪਣੀ ਸੇਨ ਸੈਂਸਸ ਦੇ ਵਿੱਚ ਹੋਏਗਾ, ਜਿਹੜੀ ਆਪਣੀ ਜਿਹੜਾ ਦਿਮਾਗ ਸਹੀ ਚੱਲਦਾ ਹੈ ਔਰ ਆਪਣੀ ਪੂਰੀ ਹੋਸ਼ ਦੇ ਵਿੱਚ ਇਹੋ ਜਿਹਾ ਕੋਈ ਕੰਮ ਬੰਦਾ ਕਰੇਗਾ। ਔਰ ਅਸੀਂ ਸਾਰੇ ਇਸ ਚੀਜ਼ ਬਾਰੇ
ਦੁਖੀ ਹੋ ਕੇ ਸਾਨੂੰ ਇਸ ਤਰ੍ਹਾਂ ਦੇ ਐਕਸ਼ਨ ਲੈਣੇ ਪੈਂਦੇ ਆ ਔਰ ਅਸੀਂ ਬਿਲਕੁਲ ਇਹ ਚੀਜ਼ ਸੋਚ ਲਿਆ ਕਿ ਅਸੀਂ ਇਸ ਦੇ ਵਿੱਚ ਡੈਫੇਮੇਸ਼ਨ ਦੀ ਫਾਈਲ ਕੰਪਲੇਂਟ ਕਰਾਂਗੇ ਇਹਨਾਂ ਦੇ ਅਗੇਂਸਟ ਕਿ ਜਿਹੜੇ ਸਾਨੂੰ ਬਿਨਾਂ ਤੱਥਾਂ ਨੂੰ ਜਾਣੇ ਹੋਏ ਇਸ ਤਰ੍ਹਾਂ ਸੰਸਥਾ ਦੀ ਬਦਨਾਮੀ ਕਰਦੇ ਆ, ਜਿਹੜੇ ਡਾਕਟਰ ਇੱਥੇ ਤਹਿ ਦਿਲ ਨਾਲ ਆਪਣੀ ਸਾਰੀ ਮਿਹਨਤ ਕਰਕੇ ਮਰੀਜ਼ਾਂ ਦਾ ਇਲਾਜ ਕਰ ਰਹੇ ਨੇ, ਉਹਨਾਂ ਉੱਤੇ ਵੀ ਇਸ ਤਰ੍ਹਾਂ ਦੇ ਇਲਜ਼ਾਮ ਐਡੇ ਸੰਗੀਨ ਇਲਜ਼ਾਮ ਲਗਾਉਂਦੇ ਬਿਨਾਂ ਤੱਥਾਂ ਦੀ ਵੈਰੀਫਾਈ ਕੀਤੇ। ਤਾਂ ਇਸ ਚੀਜ਼ ਉੱਤੇ ਵੀ ਅਸੀਂ ਆਪਣੀ ਕਾਨੂੰਨੀ ਕਾਰਵਾਈ ਜ਼ਰੂਰ ਕਰਾਂਗੇ। ਜੀ ਬਿਲਕੁਲ ਸਾਰੇ ਪ੍ਰੂਫ ਜਿਹੜੇ ਨੇ ਤੁਸੀਂ ਦਿਖਾਈ ਦਿੱਤੇ ਨੇ ਤੇ ਅਸੀਂ ਇਸ ਨੂੰ ਜਿਹੜਾ ਹੋਰ ਵਾਈਡ ਕਰਕੇ ਸਾਰੇ ਦਰਸ਼ਕਾਂ ਨੂੰ ਨਾਲ ਵੀਡੀਓ ਦੇ ਦਿਖਾਏ ਵੀ ਨੇ। ਸੋ ਤੁਸੀਂ ਦੇਖ ਹੀ ਲਿਆ ਕਿ ਵੀਡੀਓ ਤੁਸੀਂ ਪੂਰੀ ਜੇ ਦੇਖੀ ਹੋਏਗੀ ਤੁਹਾਨੂੰ ਪੂਰੀ ਗੱਲ ਸਮਝ ਆ ਗਈ ਹੋਏਗੀ, ਪੂਰਾ ਕਨਸੈਪਟ ਸਮਝ ਆ ਗਿਆ ਹੋਏਗਾ, ਕਿਸ ਤਰ੍ਹਾਂ ਸਾਰਾ ਪ੍ਰੋਸੀਜਰ ਹੁੰਦਾ ਹੈ, ਕਿਸ ਤਰ੍ਹਾਂ ਕੋਈ ਵੀ ਗਵਰਨਮੈਂਟ ਜਿੱਥੇ ਨਾਟ ਫॉर ਸੇਲ ਲਿਖਿਆ ਹੁੰਦਾ ਉਹਦਾ ਮਤਲਬ ਮੁਫਤ ਨਹੀਂ ਹੁੰਦਾ ਹੈ। ਸਾਰੀਆਂ ਗੱਲਾਂ ਤੁਹਾਨੂੰ ਸਮਝ ਆ ਗਈਆਂ ਹੋਣਗੀਆਂ, ਪ੍ਰੂਫ ਸਾਰੇ ਸਾਡੇ ਕੋਲ ਮੌਜੂਦ ਨੇ। ਸੋ ਸਾਡਾ ਜਿਹੜਾ ਇੱਥੇ ਵਿਜ਼ਿਟ ਕਰਨਾ ਸੀਗਾ ਉਸ ਦਾ ਮਕਸਦ ਇੱਕੋ ਹੀ ਸੀ ਕਿ ਕੋਈ ਵੀ ਵੀਡੀਓ ਦੇਖ ਕੇ ਤੁਸੀਂ ਉਸ ਦਾ ਪ੍ਰਭਾਵ ਕਬੂਲਣ ਤੋਂ ਪਹਿਲਾਂ ਉਸ ਦੇ ਪਿੱਛੇ ਦਾ ਸੱਚ ਜ਼ਰੂਰ ਜਾਣੋ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।